ਆਪਾਂ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਆਪਣਾ ਸਰਬੰਸ ਹਿੰਦੁਸਤਾਨੀਆਂ ਦੇ ਭਲੇ ਵਾਸਤੇ ਉਹਨਾਂ ਮਜ਼ਲੂਮਾਂ ਨੂੰ ਜ਼ੁਲਮ ਤੋਂ ਬਚਾਉਣ ਵਾਸਤੇ ਉਹਨਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਉਣ ਵਾਸਤੇ ਸਿਰ ਤੋੜ ਯਤਨ ਕੀਤੇ, ਸਭ ਕੁਝ ਕੁਰਬਾਨ ਕੀਤਾ, ਸਭ ਕੁਝ ਵਾਰਿਆ। ਪਿਛਲੇ ਸ਼ੁੱਕਰਵਾਰ ਨਵੇਂ ਸਾਲ ਦੀ ਆਮਦ ਸੀ, ਜਿਸ ਕਰਕੇ ਆਪਣਾ ਇਹ ਟੌਪਿਕ ਉਸ ਦਿਨ ਰਹਿ ਗਿਆ ਸੀ ਤੇ ਮੇਰਾ ਵਿਚਾਰ ਸੀ ਕਿ ਅੱਜ ਆਪਾਂ ਇਸ ਨੂੰ ਪੂਰਿਆਂ ਕਰਾਂਗੇ। ਉਸ ਦਿਨ ਆਪਾਂ ਗੁਰੂ ਜੀ ਦਾ ਆਨੰਦਪੁਰ ਸਾਹਿਬ ਛੱਡਣਾ 19 ਤੇ 20 ਦਸੰਬਰ ਦੀ ਵਿਚਕਾਰਲੀ ਰਾਤ ਨੂੰ 1704 ਈਸਵੀ ਸਰਸਾ ਦੇ ਕਿਨਾਰੇ ਜੰਗ ਹੋਣੀ। ਉੱਥੇ ਭਾਈ ਉਦੈ ਸਿੰਘ, ਭਾਈ ਜੈਤਾ ਜੀ, ਜਿਹੜੇ ਬਾਅਦ ਵਿੱਚ ਭਾਈ ਜੀਵਨ ਸਿੰਘ ਦੇ ਨਾਮ ਨਾਲ ਜਾਣੇ ਜਾਂਦੇ ਰਹੇ, ਉਹ ਅਤੇ ਉਹਨਾਂ ਦੇ ਨਾਲ ਦੇ ਹੋਰ ਸੈਂਕੜੇ ਹੀ ਸਿੰਘ ਸ਼ਹੀਦੀਆਂ ਪਾ ਗਏ ਸਨ। ਇੱਕ ਪਾਸੇ ਸ਼ਹਾਦਤਾਂ ਹੋ ਰਹੀਆਂ ਨੇ, ਦੂਜੇ ਪਾਸੇ ਅੰਮ੍ਰਿਤ ਵੇਲੇ ਉਹ ਮਿੱਤਰ ਪਿਆਰੇ ਨੂੰ ਯਾਦ ਕਰਨ ਵਾਲਾ ਸਾਰਿਆਂ ਸਿੱਖਾਂ ਨੂੰ ਕਹਿੰਦਾ ਸੀ, ਬੈਠੋ ਉਹਨੂੰ ਯਾਦ ਕਰੀਏ, ਉਹਦੀ ਯਾਦ ਵਿੱਚ ਜੁੜੀਏ। ਉੱਥੇ ਉਹਨਾਂ ਨੇ ਕੀਰਤਨ ਕੀਤਾ, ਨਿਤਨੇਮ ਕੀਤਾ ਜਾਂ ਸਿਮਰਨ ਕੀਤਾ, ਜੋ ਵੀ ਕੀਤਾ, ਉਹ ਆਪਣੇ ਮਿੱਤਰ ਪਿਆਰੇ ਦੀ ਯਾਦ ਵਿੱਚ ਮੈਦਾਨੇ ਜੰਗ ਵਿੱਚ ਜਦੋਂ ਦੋਹੀਂ ਪਾਸਿਓਂ ਤਲਵਾਰਾਂ ਚੱਲ ਰਹੀਆਂ ਹੋਣ, ਇਹੋ ਜਿਹੇ ਭਿਆਨਕ ਸਮੇਂ ਵਿੱਚ ਵੀ ਮਿੱਤਰ ਪਿਆਰੇ ਨੂੰ ਭੁਲਾਇਆ ਨਹੀਂ, ਉਸ ਨੂੰ ਹਮੇਸ਼ਾ ਯਾਦ ਰੱਖਿਆ। ਇੱਥੋਂ ਨਿਤਨੇਮ ਕਰਕੇ ਉੱਠੇ, ਅੱਗੇ ਵੇਖਿਆ ਸਰਸਾ ਬੜੇ ਜ਼ੋਰ ਨਾਲ, ਤੇਜ਼ ਬਹਾਵ ਨਾਲ ਵਹਿ ਰਹੀ ਏ। ਪਰਿਵਾਰ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਜੀ, ਛੋਟੇ ਸਾਹਿਬਜ਼ਾਦੇ, ਗੁਰੂ ਸਾਹਿਬ ਦੇ ਮਹਿਲ ਤੇ ਭਾਈ ਮਨੀ ਸਿੰਘ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਤੇ ਹੋਰ ਜਿੰਨੇ ਸਿੱਖ ਇੱਕ ਦੂਜੇ ਨਾਲ ਨਿਕਲ ਸਕਣਗੇ ਨਿਕਲਣਗੇ। ਇਸ ਤਰ੍ਹਾਂ ਵਿਉਂਤ ਬਣਾਈ ਗਈ ਸੀ। ਉਹ ਸਰਸਾ ਨੂੰ ਪਾਰ ਕਰਦਿਆਂ ਪਰਿਵਾਰ ਜਿਹੜੇ 3 ਹਿੱਸਿਆਂ ਵਿੱਚ ਵੰਡਿਆ ਸੀ, ਉਹ ਤਿੰਨੇ ਹੀ ਵੱਖਰੀ ਵੱਖਰੀ ਦਿਸ਼ਾ ਨੂੰ ਚਲੇ ਗਏ। ਇੱਥੋਂ ਆਖਦੇ ਨੇ ਪਰਿਵਾਰ ਵਿਛੋੜਾ, ਪਰਿਵਾਰ ਦਾ ਵਿਛੋੜਾ ਹੋ ਗਿਆ ਇੱਕ ਦੂਜੇ ਨਾਲੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਈ 40-42 ਸਿੰਘਾਂ ਦੇ ਨਾਲ ਸਰਸਾ ਨੂੰ ਪਾਰ ਕਰਕੇ ਰੋਪੜ ਵੱਲ ਨੂੰ ਗਏ। ਰਸਤੇ ਵਿੱਚ ਪਠਾਨਾਂ ਨੇ ਉਹਨਾਂ ਦਾ ਰਾਹ ਰੋਕਿਆ। ਉਹਨਾਂ ਦੇ ਨਾਲ ਇੱਕ ਛੋਟੀ ਜਿਹੀ ਝੜਪ ਹੋਈ ਤੇ ਉਹ ਪਾਸੇ ਹਟ ਗਏ, ਰਸਤਾ ਛੱਡ ਦਿੱਤਾ। ਲੇਕਿਨ ਭਾਈ ਬਚਿੱਤਰ ਸਿੰਘ ਉੱਥੇ ਜ਼ਖਮੀ ਹੋ ਗਏ ਸਨ। ਰੋਪੜ ਕੋਲ ਪੁੱਜੇ, ਕੋਟਲਾ ਨਿਹੰਗ ਖਾਨ ਉਹਦੀ ਹਵੇਲੀ ਵਿੱਚ ਗਏ। ਭਾਈ ਬਚਿੱਤਰ ਸਿੰਘ ਨੂੰ ਉਹਦੀ ਹਵੇਲੀ ਵਿੱਚ ਛੱਡਿਆ, ਉੱਥੇ ਹੀ ਉਹਨੇ ਪ੍ਰਾਣ ਤਿਆਗੇ ਸਨ। ਉੱਥੋਂ ਗੁਰੂ ਜੀ ਚਮਕੌਰ ਨੂੰ ਚਲੇ ਗਏ ਸਨ। ਤੇ ਅੱਜ ਮੈਂ ਤੁਹਾਡੇ ਨਾਲ ਨਾ ਉਹ ਬਚਨ ਕਰਨੇ ਨੇ ਜਿਹੜੇ ਇਹਨਾਂ ਦੋਵਾਂ ਥਾਵਾਂ ਤੇ, ਚਮਕੌਰ ਤੇ ਸਰਹਿੰਦ, ਇਹਨਾਂ ਦੋਵਾਂ ਥਾਵਾਂ ਤੇ ਗੁਰੂ ਸਾਹਿਬ ਨੇ ਸਾਡੇ ਲਈ ਕੀ ਪੂਰਨੇ ਪਾਏ।
ਇਹਨਾਂ ਦੋਹਾਂ ਥਾਵਾਂ ਤੋਂ ਸਿੱਖੀ ਦੇ ਕਿਹੜੇ-ਕਿਹੜੇ ਸਿਧਾਂਤ ਉਘੜ ਕੇ ਸਾਹਮਣੇ ਆਏ। ਅੱਜ ਮੈਂ ਥੋੜ੍ਹੀ ਜਿਹੀ ਵਿਚਾਰ ਉਹਨਾਂ ਦੇ ਸੰਬੰਧ ਵਿੱਚ ਤੁਹਾਡੇ ਨਾਲ ਕਰਨਾ ਚਾਹੁੰਦਾ। ਇਹ ਜਿਹੜਾ ਚਮਕੌਰ ਹੈ, ਇਹ ਇੱਕ ਛੋਟਾ ਜਿਹਾ ਪਿੰਡ ਸੀ ਉਸ ਵਕਤ, ਤੇ ਅੰਗਰੇਜ਼ਾਂ ਦੇ ਵੇਲੇ ਇਹ ਜ਼ਿਲ੍ਹਾ ਅੰਬਾਲੇ ਵਿੱਚ ਪੈਂਦਾ ਸੀ। ਇਸ ਚਮਕੌਰ ਦੇ ਵਿੱਚ ਇੱਕ ਛੋਟੀ ਜਿਹੀ ਕੱਚੀ ਹਵੇਲੀ ਸੀ, ਜਿਸ ਨੂੰ ਆਪਾਂ ਅੱਜ ਕੱਲ੍ਹ ਕੱਚੀ ਗੜ੍ਹੀ ਆਖਦੇ ਹਾਂ। ਕੋਈ ਗੜ੍ਹੀ ਨਹੀਂ ਸੀ, ਹਵੇਲੀ ਸੀ। ਇਹੋ ਜਿਹੀਆਂ ਆਮ ਹਵੇਲੀਆਂ ਜ਼ਿਮੀਂਦਾਰਾਂ ਦੀਆਂ ਹੁੰਦੀਆਂ ਸਨ। ਸਾਡੀਆਂ ਆਪ ਇਸ ਤਰ੍ਹਾਂ ਹਵੇਲੀਆਂ ਸਨ, ਕੱਚੀਆਂ ਕੰਧਾਂ ਚੁਫੇਰੇ, ਤੇ ਉਹ ਕੰਧਾਂ ਜਿਹੜੀਆਂ 5-6 ਫੁੱਟ ਉੱਚੀਆਂ ਹੁੰਦੀਆਂ, ਇਸ ਤੋਂ ਵੱਧ ਨਹੀਂ ਹੁੰਦੀਆਂ। ਮੈਨੂੰ ਇੱਕ ਬਜ਼ੁਰਗ ਨੇ ਦੱਸਿਆ ਸੀ ਕਿ ਉਹਨੇ ਉਹ ਕੱਚੀ ਹਵੇਲੀ ਵੇਖੀ ਹੋਈ ਏ, ਤੇ ਉਹ ਦੱਸਦੇ ਸਨ ਕਿ ਜਦੋਂ ਅਸੀਂ ਉਸ ਹਵੇਲੀ ਦੇ ਅੰਦਰ ਗਏ ਤੇ ਕੰਧ ਦੇ ਕੋਲ ਜਾ ਕੇ ਵੇਖਿਆ ਸੀ, ਤੇ ਜੇ ਅੱਡੀਆਂ ਚੁੱਕ ਕੇ ਵੇਖੀਏ ਤੇ ਕੰਧ ਦੇ ਉੱਤੋਂ ਦੀ ਬੰਦਾ ਦੂਜੇ ਪਾਸੇ ਵੇਖ ਸਕਦਾ ਸੀ। ਕੋਈ ਇੰਨਾ ਕੋਈ ਕਿਲੇ ਵਾਂਗੂ ਕੰਧਾਂ ਨਹੀਂ ਸਨ, ਛੋਟੀਆਂ-ਛੋਟੀਆਂ ਸਨ। ਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਮਕਾਨ ਸੀ, ਤੇ ਉਹਦੇ ਉੱਤੇ ਇੱਕ ਚੁਬਾਰਾ ਸੀ, ਛੋਟਾ ਜਿਹਾ ਹੀ ਉਹ ਵੀ। ਉਹ ਜ਼ਿਮੀਂਦਾਰ ਸੀ ਬੁੱਧੀ ਚੰਦ, ਜਿਹਦੀ ਉਹ ਕੱਚੀ ਹਵੇਲੀ ਸੀ। ਗੁਰੂ ਸਾਹਿਬ ਜਦੋਂ ਉੱਥੇ ਪਹੁੰਚੇ, ਇਤਿਹਾਸ ਵਿੱਚ ਲਿਖਿਆ ਕਿ ਬੁੱਧੀ ਚੰਦ ਨੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਜੀ ਨੂੰ ਮਿਲ ਕੇ ਇਹ ਗੱਲ ਆਖੀ ਸੀ ਕਿ ਤੁਸੀਂ ਮੇਰੀ ਹਵੇਲੀ ਵਿੱਚ ਠਹਿਰੋ, ਕਿਉਂਕਿ ਪਤਾ ਲੱਗ ਚੁੱਕਾ ਸੀ ਕਿ ਜਿਹੜੀਆਂ ਫੌਜਾਂ ਨੇ ਸਰਸਾ ਦੇ ਕਿਨਾਰੇ ਗੁਰੂ ਸਾਹਿਬ ਦੇ ਨਾਲ ਜੰਗ ਲੜੀ ਏ, ਉਹ ਪਿੱਛੇ ਆ ਰਹੀਆਂ ਨੇ। ਗੁਰੂ ਸਾਹਿਬ ਆਪਣੇ ਸਾਥੀਆਂ ਸਮੇਤ ਉਸ ਕੱਚੀ ਗੜ੍ਹੀ ਦੇ ਅੰਦਰ ਚਲੇ ਗਏ। ਉੱਥੇ ਕੌਣ-ਕੌਣ ਨੇ ਕੱਚੀ ਗੜ੍ਹੀ ਵਿੱਚ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਨੇ, ਤੇ ਉਹਨਾਂ ਦੇ 5 ਹੀ ਪਿਆਰੇ ਉਸ ਵਕਤ ਨਾਲ ਸਨ। ਸੋ ਉੱਥੇ ਦੱਸਦੇ ਨੇ ਕਿ 40 ਸਿੰਘ ਸਨ, 2 ਸਾਹਿਬਜ਼ਾਦੇ ਤੇ 1 ਗੁਰੂ ਜੀ, ਯਾਨੀ ਕੁੱਲ ਗਿਣਤੀ 43 ਸੀ। 5 ਪਿਆਰੇ ਤੇ 35 ਸਿੰਘ ਹੋਰ ਸਨ ਨਾਲ ਉਹਨਾਂ ਦੇ। 2 ਸਾਹਿਬਜ਼ਾਦੇ ਇਸ ਬੁੱਧੀ ਚੰਦ ਦੀ ਹਵੇਲੀ ਵਿੱਚ ਉਹ ਠਹਿਰੇ ਨੇ। 7 ਪੋਹ ਦੀ ਸ਼ਾਮ ਨੂੰ ਉੱਥੇ ਪਹੁੰਚੇ, ਰਾਤ ਉੱਥੇ ਕੱਟੀ, ਤੇ ਸਵੇਰੇ 8 ਪੋਹ ਨੂੰ ਇਹ ਜੰਗ ਭਖਿਆ ਸੀ, ਮੈਦਾਨ ਭਖਿਆ ਸੀ। ਇੱਕ ਪਾਸੇ ਇਹ ਹਨ 43 ਗਿਣਤੀ ਵਿੱਚ ਸਿੰਘ ਗੁਰੂ ਸਾਹਿਬ ਸਮੇਤ, ਤੇ ਦੂਜੇ ਪਾਸੇ ਜਿਹੜੀ ਦਿੱਲੀ ਤੋਂ ਵੱਡੀ ਫੌਜ ਆਈ ਸੀ ਔਰੰਗਜ਼ੇਬ ਦੀ, ਸੂਬਾ ਸਰਹੰਦ ਵਜ਼ੀਰ ਖਾਨ, ਉਸ ਦੀਆਂ ਸਾਰੀਆਂ ਫੌਜਾਂ, ਸੂਬੇ ਲਾਹੌਰ ਦੀਆਂ ਫੌਜਾਂ ਤੇ ਸੂਬਾ ਕਸ਼ਮੀਰ ਦੀਆਂ ਫੌਜਾਂ, ਤੇ ਇਹਨਾਂ ਦੇ ਨਾਲ ਇਹ ਜਿਹੜੇ 22 ਧਾਰ ਦੇ ਹਿੰਦੂ ਰਾਜੇ ਸਨ, ਉਹਨਾਂ ਦੀਆਂ ਫੌਜਾਂ। ਸੋ ਇੱਥੇ ਇਤਿਹਾਸ ਕਹਿੰਦਾ ਵੀ ਗਿਣਤੀ ਤੇ ਨਹੀਂ, ਲੇਕਿਨ ਇਹ ਅਣਗਿਣਤ ਮੁਲਖਈਆ ਇਕੱਠਾ ਹੋ ਗਿਆ ਸੀ। ਫੜ ਲੋ ਮਾਰ ਲੋ ਦੇ ਨਾਅਰੇ ਲੱਗ ਰਹੇ ਸਨ। ਕੁਝ ਇਤਿਹਾਸਕਾਰਾਂ ਨੇ 10 ਲੱਖ ਲਿਖੀ ਹੋਈ ਹੈ ਗਿਣਤੀ, ਲੇਕਿਨ ਕੁਝ ਦਾ ਮੰਨਣਾ ਹੈ ਵੀ ਉੱਥੇ ਗਿਣਤੀ ਨਹੀਂ ਸੀ ਹੋ ਸਕਦੀ ਵੀ ਉਹ ਕਿੰਨੇ ਲੱਖ ਲੋਕ ਨੇ, ਪਰ ਇਹ ਆਖਿਆ ਜਾ ਸਕਦਾ ਕਿ ਉਹ ਬਹੁ ਗਿਣਤੀ ਵਿੱਚ ਸਨ, ਥੋੜੇ ਨਹੀਂ ਸਨ, ਲੱਖਾਂ ਦੀ ਗਿਣਤੀ ਵਿੱਚ ਸਨ। ਉੱਥੇ 8 ਪੋਹ ਨੂੰ ਮੁਕਾਬਲਾ ਹੋਇਆ। ਗੁਰੂ ਜੀ 5-5 ਜਾਂ 6-6 ਸਿੰਘਾਂ ਦਾ ਜਥਾ ਬਣਾ ਕੇ ਮੈਦਾਨ ਵਿੱਚ ਤੋਰਦੇ ਰਹੇ, ਤੇ ਸ਼ਾਮ ਤੱਕ 3 ਪਿਆਰੇ, ਉਹਨਾਂ ਵਿੱਚੋਂ ਯਾਨੀ ਜਿਹੜੇ 42 ਜਣੇ ਸਨ, ਉਹਨਾਂ ਵਿੱਚੋਂ 3 ਪਿਆਰੇ, 2 ਸਾਹਿਬਜ਼ਾਦੇ
ਸ਼ਹੀਦ ਹੋ ਗਏ ਸਨ ਤੇ ਉਹਨਾਂ ਦੇ ਨਾਲ ਦੇ ਤਕਰੀਬਨ 30 ਸਿੰਘ ਹੋਰ। ਉਹਨਾਂ ਵਿੱਚੋਂ ਦੋ ਪਿਆਰੇ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਤੇ ਤੀਸਰਾ ਇੱਕ ਸਿੰਘ ਹੈ ਭਾਈ ਮਾਨ ਸਿੰਘ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ। ਇਹ 4 ਜਣੇ ਉੱਥੋਂ ਨਿਕਲੇ ਨੇ। ਇਹਦਾ ਮਤਲਬ ਉੱਥੇ 39 ਜਣੇ ਸ਼ਹੀਦ ਹੋਏ ਨੇ, 3 ਪਿਆਰੇ ਤੇ 2 ਸਾਹਿਬਜ਼ਾਦਿਆਂ ਦੇ ਸਮੇਤ। ਹੁਣ ਅਸੀਂ ਵੇਖਣਾ ਇੱਥੇ ਜਿਹੜੇ ਸਾਨੂੰ ਕੁਝ ਸਿਧਾਂਤ ਦਿੱਤੇ ਗੁਰੂ ਜੀ ਨੇ, ਉਹਨਾਂ ਵੱਲ ਅਸੀਂ ਝਾਤੀ ਮਾਰਨੀ ਹੈ ਥੋੜ੍ਹੀ ਜਿਹੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਸ਼ਾਮ ਪੈ ਗਈ 8 ਪੋਹ ਦੀ, 39 ਸਿੰਘ ਸ਼ਹੀਦ ਹੋ ਗਏ, ਗੁਰੂ ਜੀ ਰਹਿ ਗਏ। ਉਹਨਾਂ ਦੇ ਨਾਲ 2 ਪਿਆਰੇ ਨੇ, ਭਾਈ ਮਾਨ ਸਿੰਘ ਨੇ ਤੇ ਇੱਕ ਭਾਈ ਸੰਗਤ ਸਿੰਘ, ਤੇ ਉਹਦੇ ਨਾਲ ਦੇ 2-3 ਸਿੰਘ ਹੋਰ ਨੇ। ਗੁਰੂ ਜੀ ਨੂੰ ਇਹ ਸਾਰੇ ਸਿੰਘ ਇਕੱਠੇ ਹੋ ਕੇ, ਕਿਸੇ ਨੇ ਆਖਿਆ ਜੀ ਹੁਕਮ ਕੀਤਾ, ਕਿਸੇ ਨੇ ਆਖਿਆ ਬੇਨਤੀ ਕੀਤੀ, ਕਿਸੇ ਨੇ ਆਖਿਆ ਸਿੰਘਾਂ ਨੇ ਅਰਦਾਸ ਕੀਤੀ, ਜੋ ਵੀ ਕੀਤਾ ਉਹਨਾਂ ਨੇ। ਪਰ ਜੇ ਆਪਾਂ ਇਸ ਤਰ੍ਹਾਂ ਮੰਨ ਕੇ ਚੱਲੀਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਰੀ ਬਚਨ ਕੀਤਾ ਸੀ, ਆਪੇ ਗੁਰ ਚੇਲਾ ਵਾਲਾ। ਗੁਰੂ ਤੇ ਚੇਲਿਆਂ ਵਿੱਚ ਹੁਣ ਕੋਈ ਫਰਕ ਨਹੀਂ। ਚੇਲਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਗੁਰੂ ਸਾਹਿਬ ਨੇ ਆਖਿਆ ਸੀ, ਪਾਹੁਲ ਮੈਨੂੰ ਵੀ ਛਕਾਓ। ਉਹਨਾਂ ਤੋਂ ਪਾਹੁਲ ਲੈ ਕੇ ਗੁਰੂ ਤੇ ਚੇਲੇ ਵਾਲਾ ਜਿਹੜਾ ਵਿਤਕਰਾ ਸੀ ਉੱਥੇ ਖਤਮ ਕਰ ਦਿੱਤਾ ਸੀ ਗੁਰੂ ਸਾਹਿਬ ਨੇ। ਭਾਵੇਂ ਗੁਰੂ ਤੇ ਚੇਲੇ ਵਾਲਾ ਵਿਤਕਰਾ ਸਿੱਖੀ ਵਿੱਚ ਪਹਿਲਾਂ ਵੀ ਨਹੀਂ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਆਪਣੀ ਹਯਾਤੀ ਵਿੱਚ ਭਾਈ ਲਹਿਣਾ ਜੀ ਨੂੰ ਆਪਣੀ ਜਗ੍ਹਾ ਤੇ ਬਿਠਾ ਕੇ ਉਸ ਨੂੰ ਸਾਰਾ ਸ਼ਬਦ ਦਾ ਜੋ ਖਜ਼ਾਨਾ ਉਹਨਾਂ ਕੋਲ ਸੀ ਉਹ ਸੌਂਪ ਕੇ ਤੇ ਸਿਰ ਝੁਕਾਇਆ ਸੀ। ਗੁਰੂ ਤੇ ਸਿੱਖ ਵਿੱਚ ਭੇਦ ਤੇ ਉਦੋਂ ਹੀ ਨਹੀਂ ਸੀ ਰਿਹਾ, ਪਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਸਿੰਘਾਂ ਦਾ ਬਚਨ ਮੰਨ ਕੇ ਤੇ ਇਸ ਚਮਕੌਰ ਦੀ ਗੜੀ ਨੂੰ ਛੱਡਿਆ। ਇਹਦਾ ਮਤਲਬ ਬੜਾ ਸਪਸ਼ਟ ਹੋਇਆ ਕਿ ਜਿਹੜੇ 5 ਸਿੰਘ ਨੇ ਗੁਰੂ ਦੇ ਸਿੰਘ, ਸਾਡੇ ਵਰਗੇ ਲੋਕ ਨਹੀਂ, ਆਪਾਂ ਗੁਰੂ ਦੇ ਸਿੰਘਾਂ ਦੀ ਗੱਲ ਕਰਦੇ ਹਾਂ, ਉਹ ਪੰਥ ਦੇ ਰੂਪ ਵਿੱਚ ਹਨ। ਜਦੋਂ ਪੰਥ ਦੇ ਰੂਪ ਵਿੱਚ ਹੁੰਦੇ ਨੇ ਤੇ ਉਹਨਾਂ ਦੇ ਕੀਤੇ ਹੋਏ ਬਚਨ ਨੂੰ ਗੁਰੂ ਵੀ ਨਹੀਂ ਮੋੜਦਾ। ਇਹ ਗੱਲ ਇੱਕ ਧਿਆਨ ਵਿੱਚ ਆਪਾਂ ਰੱਖਣੀ ਹੈ। ਭਾਵੇਂ ਅੱਜ ਦਾ ਜਿਹੜਾ ਪੰਥ ਹੈ ਉਹ ਤੇ ਖਰੀਦਿਆ ਹੋਇਆ ਹੈ ਨਾ, ਉਹ ਪਿਆਰੇ ਵੀ ਖਰੀਦੇ ਹੋਏ ਨੇ, ਉਹਨਾਂ ਨੂੰ ਬਣਾਉਣ ਵਾਲੇ ਵੀ ਲੋਕ ਵਿਕੇ ਹੋਏ ਨੇ। ਅੱਜ ਤੇ ਸਾਰਾ ਹੀ ਮਾਮਲਾ ਹੀ ਗੜਬੜਾ ਗਿਆ ਹੈ। ਪਰ ਇਹਦਾ ਇਹ ਮਤਲਬ ਨਹੀਂ ਕਿ ਸਿੱਖੀ ਵਿੱਚ ਸਿੰਘ ਨਹੀਂ ਹੈਗੇ ਨੇ, ਪਰ ਉਹ ਗੁਪਤ ਬੈਠੇ ਨੇ ਵਿਚਾਰੇ, ਉਹਨਾਂ ਦੀ ਪੇਸ਼ ਨਹੀਂ ਜਾਂਦੀ। ਸੋ ਇੱਕ ਗੱਲ ਇਹ ਸਪਸ਼ਟ ਹੋ ਗਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਸਿੰਘਾਂ ਦਾ ਹੁਕਮ ਨਹੀਂ ਮੋੜਿਆ। ਦੂਸਰੀ ਇੱਕ ਇੱਥੇ ਗੱਲ ਹੋਈ ਕਿ ਆਪਣੀ ਦਸਤਾਰ ਤੇ ਆਪਣੀ ਕਲਗੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਈ। ਇਹਦਾ ਮਤਲਬ ਹੈ ਕਿ ਗੁਰੂ ਸਾਹਿਬ ਨੇ ਆਪਣੇ ਪੰਥ ਨੂੰ ਮਾਨੋ ਗੁਰਿਆਈ ਬਖਸ਼ ਦਿੱਤੀ ਹੋਵੇ। ਦਸਤਾਰ ਬਹੁਤ ਵੱਡੀ ਗੱਲ ਹੈ ਜੀ ਸਿੱਖੀ ਵਿੱਚ। ਇਹ ਦਸਤਾਰ ਕੋਈ 5-7 ਮੀਟਰ ਦਾ ਕੱਪੜਾ ਨਹੀਂ ਮੰਨਿਆ ਜਾਂਦਾ। ਇਹਦੀ ਬਹੁਤ ਵੱਡੀ ਅਹਿਮੀਅਤ ਹੈ। ਇਹਦਾ ਆਪਣਾ ਇੱਕ ਵੱਖਰਾ ਸਥਾਨ ਹੈ। ਇਹ ਸਿੱਖ ਦੀ ਇੱਜ਼ਤ ਵੀ ਹੈ, ਇਹ ਸਿੱਖ ਦਾ ਤਾਜ ਵੀ ਹੈ, ਇਹ ਸਿੱਖ ਦਾ ਰਾਜ ਵੀ ਹੈ। ਇਹ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਦਾ ਇੱਕ ਨਿਸ਼ਾਨ ਵੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਦਸਤਾਰ ਤੇ ਆਪਣੀ ਕਲਗੀ ਅੱਜ ਭਾਈ ਸੰਗਤ ਸਿੰਘ ਜੀ ਨੂੰ ਦੇ ਕੇ ਮਾਨੋ ਉਹਨਾਂ ਨੇ ਪੰਥ ਨੂੰ ਗੁਰਿਆਈ ਦੇ ਦਿੱਤੀ।
ਇਸੇ ਹੀ ਜਗ੍ਹਾ ਤੋਂ ਜਦੋਂ ਨਿਕਲੇ ਤੇ ਇਤਿਹਾਸ ਵਿੱਚ ਲਿਖਦੇ ਨੇ, ਭਾਵੇਂ ਕਈ ਗੱਲਾਂ ਨਾ ਕਵੀਆਂ ਦੀ ਮਨੋਕਲਪਨਾ ਹੁੰਦੀ ਏ, ਪਰ ਫਿਰ ਵੀ ਕਈ ਗੱਲਾਂ ਨਾ ਬੜੀਆਂ ਠੀਕ ਥਾਂ ਤੇ ਬੈਠ ਜਾਂਦੀਆਂ ਨੇ ਤੇ ਉਹ ਫਿਰ ਸੱਚੀਆਂ ਮਹਿਸੂਸ ਹੁੰਦੀਆਂ ਨੇ। ਜਦੋਂ ਉੱਥੋਂ ਕੱਚੀ ਗੜੀ ਚੋਂ ਨਿਕਲੇ ਰਾਤ ਦੇ ਹਨੇਰੇ ਵਿੱਚ, ਤੇ ਭਾਈ ਦਇਆ ਸਿੰਘ ਜੀ ਨੇ ਆਖਿਆ ਸੀ, ਸਤਿਗੁਰੂ ਜੀ, ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਨੇ, ਜੇ ਤੁਸੀਂ ਹੁਕਮ ਕਰੋ ਤੇ ਮੈਂ ਆਪਣੇ ਕਮਰ ਕੱਸੇ ਨੂੰ ਪਾੜ ਕੇ ਉਹਨਾਂ ਦੋਹਾਂ ਦੇ ਉੱਤੇ ਕੱਪੜਾ ਪਾ ਦਿਆਂ। ਗੁਰੂ ਜੀ ਨੇ ਆਖਿਆ ਸੀ, ਭਾਈ ਦਇਆ ਸਿੰਘ, ਤੂੰ ਮੋਹ ਵਿੱਚ ਫਸਦਾ ਜਾਪਦਾ ਏ, ਮੋਹ 'ਚ ਨਹੀਂ ਫਸਣਾ। ਮੈਨੂੰ ਜੇ ਪੁੱਛੇ ਤੇ ਜਿਹੜੇ 39 ਸਿੰਘ ਜਾਂ ਘੱਟ ਵੱਧ ਇਹ ਸ਼ਹੀਦ ਹੋਏ ਨੇ, ਇਹ ਸਾਰੇ ਹੀ ਮੇਰੇ ਸਾਹਿਬਜ਼ਾਦੇ ਨੇ। ਇਹ ਦੋ ਵੱਖਰੇ ਮੇਰੇ ਸਾਹਿਬਜ਼ਾਦੇ ਨਹੀਂ ਹਨ। ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ। ਜੇ ਕੱਪੜਾ ਪਾਉਣਾ ਹੀ ਤੇ ਸਾਰਿਆਂ ਤੇ ਪਾ, ਨਹੀਂ ਤੇ ਇਹਨਾਂ ਦੋਆਂ ਨੂੰ ਵੀ ਛੱਡ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਪਹੁੰਚੇ ਸਨ। ਦਿੱਲੀ ਤੋਂ ਮਾਤਾ ਜੀ ਹੋਰੀ ਆਏ ਸਨ ਤੇ ਉਹਨਾਂ ਨੇ ਪੁੱਛਿਆ ਸੀ, ਸਾਹਿਬਜ਼ਾਦੇ ਤਾਂ ਨਜ਼ਰ ਨਹੀਂ ਆਉਂਦੇ ਸਭਾ ਵਿੱਚ। ਗੁਰੂ ਜੀ ਨੇ ਆਖਿਆ ਸੀ, ਤੁਹਾਡੇ ਸਾਰਿਆਂ ਵੱਲ ਇਸ਼ਾਰਾ ਕਰਕੇ, ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਇੱਕ ਗੱਲ ਇੱਥੋਂ ਹੋਰ ਸਪਸ਼ਟ ਹੋਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਸਾਨੂੰ ਆਪਣੇ ਪੁੱਤਰ ਬਣਾਇਆ ਸੀ। ਅੱਜ ਦੇ ਇਸ ਸਥਾਨ ਤੇ ਚਮਕੌਰ ਸਾਹਿਬ ਦੇ ਅੰਦਰ ਖਾਲਸੇ ਨੂੰ ਗੁਰਿਆਈ ਬਖਸ਼ੀ, ਖਾਲਸੇ ਦਾ ਬਚਨ ਮੰਨ ਕੇ ਗੁਰੂ ਨੇ ਉਹ ਕਰ ਵਿਖਾਇਆ ਕਿ ਗੁਰੂ ਵਿੱਚ ਤੇ ਸਿੱਖ ਵਿੱਚ ਫਰਕ ਨਹੀਂ ਹੁੰਦਾ। ਆਪਣੇ ਪੁੱਤਰਾਂ ਦੀਆਂ ਸ਼ਹਾਦਤਾਂ ਦੇ ਕੇ ਸਾਨੂੰ ਆਪਣੇ ਪੁੱਤਰ ਬਣਾਇਆ ਤੇ ਨਿਕਲਣ ਲੱਗਿਆ ਇੱਕ ਅਜੀਬ ਕੌਤਕ ਵਰਤਾਇਆ ਸੀ ਸਤਿਗੁਰੂ ਜੀ ਨੇ। ਉੱਥੇ ਤਾੜੀ ਵਜਾਈ ਸੀ। ਉੱਥੇ ਤਾੜੀ ਸਾਹਿਬ ਗੁਰਦੁਆਰਾ ਬਣਿਆ ਹੋਇਆ। ਤਾੜੀ ਇਸ ਲਈ ਵਜਾਈ ਕਿ ਕੱਲ ਨੂੰ ਕੋਈ ਇਹ ਨਾ ਆਖੇ ਵੀ ਗੁਰੂ ਗੋਬਿੰਦ ਸਿੰਘ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਗੜੀ ਨੂੰ ਛੱਡ ਕੇ ਭੱਜ ਗਿਆ, ਕਿਉਂਕਿ ਇਹ ਗੱਲਾਂ ਲੋਕਾਂ ਨੇ ਕਰਨੀਆਂ ਹੀ ਸਨ। ਬਾਅਦ ਵਿੱਚ ਉਹਨਾਂ ਨੇ ਕੱਲੀ ਤਾੜੀ ਨਹੀਂ ਵਜਾਈ, ਸਗੋਂ ਪੀਰੇ ਹਿੰਦ ਮੇਰ ਵੱਧ ਦਾ ਨਾਅਰਾ ਲਗਾਇਆ। ਹਿੰਦ ਦਾ ਪੀਰ ਜਾ ਰਿਹਾ, ਕਿਸੇ ਦੀ ਹਿੰਮਤ ਤੇ ਆ ਜਾਓ ਫੜ ਲਓ। ਮਸ਼ਾਲਚੀ ਉੱਠਿਆ ਸੀ, ਉਹਨੇ ਮਿਸਾਲ ਜਗਾ ਕੇ ਆਪਣੇ ਲੋਕਾਂ ਨੂੰ, ਫੌਜੀਆਂ ਨੂੰ ਰਸਤਾ ਵਿਖਾਉਣਾ ਚਾਹਿਆ। ਇਤਿਹਾਸ ਕਹਿੰਦਾ ਕਿ ਗੁਰੂ ਮਹਾਰਾਜ ਜੀ ਨੇ ਇੱਕ ਤੀਰ ਉਸ ਮਿਸਾਲ ਦੇ ਉੱਤੇ ਮਾਰਿਆ ਸੀ। ਆਪਾਂ ਉਦਣ ਗੱਲ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਕ ਤੀਰ ਦੇ ਉੱਤੇ, ਇੱਕ ਤੰਦੀ ਦੇ ਉੱਤੇ 4 ਇਕੱਠੇ ਤੀਰ ਰੱਖ ਕੇ ਚਲਾ ਸਕਦੇ ਸਨ। ਉਹਨਾਂ ਕੋਲੇ ਤੀਰ ਚਲਾਉਣ ਦੀ ਜਿਹੜੀ ਸਿੱਖਿਆ ਉਹਨਾਂ ਨੇ ਇਸ ਕਿਸਮ ਦੀ ਲਈ ਹੋਈ ਸੀ। ਇੱਕੋ ਤੰਦੀ ਉੱਤੇ 4 ਤੀਰ ਰੱਖ ਕੇ ਚਲਾਉਂਦੇ ਤੇ ਚਾਰੇ ਹੀ ਆਪਣੇ ਨਿਸ਼ਾਨੇ ਤੇ ਜਾ ਕੇ ਵੱਜਦੇ ਸਨ। ਉਹਨਾਂ ਦੀ ਪੂਰੀ ਜ਼ਿੰਦਗੀ ਵਿੱਚ ਜਦੋਂ ਤੋਂ ਉਹਨਾਂ ਨੇ ਤੀਰ ਚਲਾਉਣਾ ਆਰੰਭ ਕੀਤਾ ਸੀ, ਅੱਜ ਤੱਕ ਇੱਕ ਵੀ ਤੀਰ ਆਪਣੇ ਨਿਸ਼ਾਨੇ ਤੋਂ ਖੁੰਝਿਆ ਨਹੀਂ ਸੀ। ਨਿਸ਼ਾਨੇ ਤੇ ਹੀ ਲੱਗਦੇ ਰਹੇ। ਉਸ ਮਿਸਾਲ ਦੇ ਉੱਤੇ ਨਿਸ਼ਾਨਾ ਲੱਗਾ, ਮਸ਼ਾਲਚੀ ਦੇ ਹੱਥੋਂ ਮਸ਼ਾਲ ਡਿੱਗੀ ਤੇ ਬੁੱਝ ਗਈ। ਰੌਲਾ ਪੈ ਗਿਆ, ਫੜ ਲਓ, ਸਿੰਘ ਪੈ ਗਏ, ਸਿੰਘ ਪੈ ਗਏ। ਉਧਰੋਂ ਗੜੀ ਵਿੱਚ ਭਾਈ ਸੰਗਤ ਸਿੰਘ ਤੇ ਉਹਨਾਂ ਦੇ ਨਾਲ ਦੇ 3-4 ਸਿੰਘ ਹੋਰ ਸਨ। ਉਹਨਾਂ ਨੇ ਨਗਾਰਾ ਖੜਕਾ ਦਿੱਤਾ ਤੇ ਜੈਕਾਰੇ ਬੁਲਾ ਦਿੱਤੇ। ਇੱਧਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਨਿਕਲੇ ਸਨ। ਗੁਰੂ ਗੋਬਿੰਦ ਸਿੰਘ ਇੱਕ ਪਾਸੇ ਨੂੰ ਹੋਏ ਸਨ। ਇਹਨਾਂ ਨੇ ਜੈਕਾਰੇ ਛੱਡੇ।
ਤੇ ਉਹਨਾਂ ਮੁਗਲਈ ਫੌਜਾਂ ਨੂੰ ਇਉਂ ਲੱਗਾ ਕਿ ਚਫੇਰਿਓਂ ਹੀ ਸਿੰਘ ਪੈ ਗਏ ਨੇ। ਉਹ ਵਾਹੋ ਦਾਈ ਉੱਠੇ, ਹਨੇਰੇ ਵਿੱਚ ਤਲਵਾਰਾਂ ਚਲਾਉਂਦੇ ਆਪਸ ਵਿੱਚ ਕੱਟ ਮਰੇ। ਬਹੁਤ ਭਾਰੀ ਨੁਕਸਾਨ ਉਹਨਾਂ ਫੌਜਾਂ ਦਾ ਉਸ ਰਾਤ ਨੂੰ ਹੋਇਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਗੜੀ ਨੂੰ ਛੱਡ ਕੇ ਗਏ ਸਨ। ਇਸ ਗੱਲ ਤੋਂ ਇੱਕ ਗੱਲ ਹੋਰ ਸਪਸ਼ਟ ਹੁੰਦੀ ਏ ਕਿ ਸਤਿਗੁਰੂ ਆਪਣੇ ਆਪ ਨੂੰ ਕਦੀ ਛੁਪਾ ਕੇ ਨਹੀਂ ਰੱਖਦੇ, ਚਾਹੇ ਸਾਹਮਣੇ ਮੌਤ ਕਿਉਂ ਨਾ ਖਲੋਤੀ ਹੋਵੇ। ਸੋ ਇਹ 4-5 ਸਿਧਾਂਤ ਸਾਡੇ ਸਾਹਮਣੇ ਉਸ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੇ ਨੇ, ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਅਪਣਾਈਏ। ਜਦੋਂ ਅਸੀਂ ਇਹਨਾਂ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਵਾਂਗੇ ਤੇ ਸਹੀ ਅਰਥਾਂ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਜਿਵੇਂ ਹੁਣ 9 ਤਰੀਕ ਨੂੰ ਪ੍ਰਕਾਸ਼ ਪੁਰਬ ਆਉਣਾ ਹੈ, ਅੱਜ ਆਪਾਂ ਤੇ ਪਿਛਲੇ ਦਿਨੀ ਆਪਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਸਾਂ। ਇਹ ਸਹੀ ਅਰਥਾਂ ਵਿੱਚ ਮਨਾਏ ਤਾਂ ਹੀ ਸਾਰਥਕ ਹੋਣਗੇ ਜੇ ਅਸੀਂ ਉਹਨਾਂ ਸਿਧਾਂਤਾਂ ਤੇ ਪਹਿਰਾ ਦਈਏ। ਚਮਕੌਰ ਦੀ ਗੜੀ ਦੇ ਅੰਦਰ ਜਦੋਂ ਸਤਿਗੁਰੂ ਜੀ ਪਹੁੰਚੇ ਸਨ ਤੇ ਰਾਤ 7 ਪੋਹ ਦੀ ਰਾਤ ਨੂੰ ਉਹਨਾਂ ਨੇ ਉਸ ਮਮਟੀ ਤੇ ਚੜ੍ਹ ਕੇ, ਉਸ ਚਬਾਰੇ ਵਿੱਚ ਚੜ੍ਹ ਕੇ 4 ਸਵੇਰੇ ਝਾਤੀ ਮਾਰੀ ਸੀ ਤੇ ਉਸ ਹਵੇਲੀ ਦੇ ਵਿੱਚ ਟਹਿਲ ਰਹੇ ਸਨ। ਤੇ ਅੱਲਾ ਯਾਰ ਖਾਂ ਜੋਗੀ ਕੀ ਆਖਦੇ ਨੇ, ਚਮਕੌਰ ਦੀ ਗੜੀ ਦੇ ਅੰਦਰ ਦੀ ਵਿਥਿਆ ਸੁਣਾਉਂਦੇ ਨੇ ਸਾਨੂੰ। कदमों से टहलते थे मगर दिल था दुआ में। सतगुरु जी आपां पिछे गल कीती कि सरसा दी जंग हो रही है ते ਉਹ ਸਿੱਖਾਂ ਨੂੰ ਆਖਦੇ ਨੇ ਆਓ ਮਿੱਤਰ ਪਿਆਰੇ ਦੀ ਯਾਦ ਵਿੱਚ ਜੁੜੀਏ। ਹੁਣ ਪਤਾ ਏ ਕਿ ਆ ਭੁੱਖਣ ਭਾਣੇ ਸਿੰਘ ਜਿਹੜੇ ਮੇਰੇ ਨਾਲ ਨੇ, ਕਈਆਂ ਦਿਨਾਂ ਤੋਂ ਇਹ ਮੈਦਾਨੇ ਜੰਗ ਵਿੱਚ ਹਨ, ਥੱਕੇ ਟੁੱਟੇ ਨੇ, ਜੋੜੇ ਉੱਤਰ ਚੁੱਕੇ ਨੇ, ਕੱਪੜੇ ਗਿੱਲੇ ਹੋਏ ਨੇ, ਪੋਹ ਦੀਆਂ ਰਾਤਾਂ ਸਰਦ ਰਾਤਾਂ ਨੇ ਤੇ ਕੱਲ ਸਵੇਰੇ ਇਹਨਾਂ ਨੇ ਵੀ ਮੇਰੇ ਨਾਲ ਨਹੀਂ ਹੋਣਾ। ਲੇਕਿਨ ਦਿਲ ਥਾ ਦੁਆ ਮੇ। ਇੱਥੇ ਦੁਆ ਦਾ ਮਤਲਬ ਹੈ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ। बोले ऐ खुदावंद खुश हूँ तेरी रज़ा में। कल परसों ना जी साड़ी एक क्लास हुंदी है बुधवार नूं ते उहदे च एक गल होई पई अरदास दे संबंध विच भी अरदास पूरी कीदी हुंदी है ते एक जने ने आख्या जिहड़ा ब्रह्म ज्ञानी महात्मा होवे ओहदी पूरी हुंदी है। मैं आख्या ब्रह्म ज्ञानी महात्मा अरदास करदा ही नहीं, ये असीं ही तुच्छ बुद्धि दे लोग हाँ ਜਿਹੜੇ हथ जोड़ जोड़ के गलां 'ਚ पल्ले पा पा के अरदासां कर रहे हैं ते करवा रहे हैं। इन्हां अरदासां करन वालियां नूं पैसे दे रहे हैं, उधर काउंटर ते खड़े लोकां नूं पैसे दे दे के अरदासां करवा रहे हैं। इहो जिहियां अरदासां जी रब कोई नहीं जे सुणदा। सिद्धी सिद्धी गल इहो ही है। ना इन्हां अरदासां दा अगे किसे नूं लाभ होया, ना आउण वाले समय 'ਚ होना है। ये अरदासां नहीं हन, ये एक बिजनस है, बिजनस। इहदे तो सानू जरूर बचना चाहिए। बोले है खुदावंद खुश हूँ तेरी रज़ा में। जिन्हां दी अरदास रब सुनदा है वो अरदास नहीं करदे, वो कहंदे ने मैनू तेरी रज़ा चंगी लगदी है। गुरु अर्जन देव चाहुंदे ते लोह तत्ती ठंडी हो सकदी सी, पर उन्हें आख्या नहीं, तेरी रज़ा तेरा भाना, तेरा किया मीठा लग है। भाई मती दास, भाई सती दास, भाई दयाला जी उन्होंने सामने गुरु तेग बहादुर साहब महाराज बैठे सन पिंजरे दे विच। वो चाहुंदे ते गुरु जी नूं कह सकदे सी, उन्हां अगे अरदास कर सकदे सी, सतगुरु सानू बचाओ, ये सारे ने ते मैनू चीर सुट्टना है। पर उन्होंने अरदास नहीं की गुरु अगे, खुश हूँ तेरी रज़ा में।
ਕਰਤਾਰ ਸੇ ਕਹਿਥੇ ਤੇ ਗੋਇਆ रूबरू होकर। गोया ਦਾ ਇੱਥੇ ਮਤਲਬ ਜੀ ਕਹਿਣ ਵਾਲਾ। ਕਰਤਾਰ ਸੇ कहते थे गोया रूबरू होकर, ਰੱਬ ਦੇ ਸਾਹਮਣੇ ਖਲੋ ਕੇ ਰੱਬ ਨੂੰ ਕਹਿਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿ ਰਹੇ ਨੇ? ਕੱਲ ਜਾਊਂਗਾ ਯਹਾਂ ਸੇ ਮੈਂ ਸੁਰਖਰੂ ਹੋकर। ਇਹ ਗੱਲ ਕਹਿ ਰਹੇ ਸਨ। ਤੇਰੀ ਰਜ਼ਾ ਵਿੱਚ ਮੈਂ ਰਾਜ਼ੀ ਹਾਂ। ਮੈਂ ਤੇਰੇ ਅੱਗੇ ਅਰਦਾਸ ਨਹੀਂ ਕਰਦਾ ਕਿ ਸਾਨੂੰ 40 ਨੂੰ ਬਚਾਏ ਤੇ 10 ਲੱਖ ਨੇ ਘੇਰਾ ਪਾ ਲਿਆ। ਮੈਂ ਤੇਰੇ ਅੱਗੇ ਇਹ ਅਰਦਾਸ ਕਰਦਾ ਕਿ ਮੈਂ ਕੱਲ ਨੂੰ ਇੱਥੋਂ ਸੁਰਖਰੂ ਹੋ ਕੇ ਜਾਵਾਂਗਾ, ਆਪਣੇ ਸਾਹਿਬਜ਼ਾਦੇ ਵੀ ਸ਼ਹੀਦ ਕਰਾਵਾਂਗਾ, ਆਪਣੀ ਜਾਨ ਤੋਂ ਪਿਆਰੇ ਵੀ 3 ਇੱਥੇ ਸ਼ਹੀਦ ਹੋਣਗੇ ਤੇ ਉਹਨਾਂ ਤੋਂ ਵਧੇਰੇ ਪਿਆਰੇ ਬਾਕੀ ਸਿੰਘ ਵੀ ਇੱਥੇ ਸ਼ਹੀਦ ਹੋਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਲੇ ਗਏ ਸਨ ਤੇ ਆਪਾਂ ਇੱਕ ਗੱਲ ਜ਼ਰੂਰ ਕਰਨੀ ਹੈ। ਬੀਬੀ ਸ਼ਰਨ ਕੌਰ, ਜਿਨ੍ਹਾਂ ਨੇ ਇਸ ਚਮਕੌਰ ਦੀ ਗੜੀ ਅੰਦਰ ਜਿੰਨਾ ਕੋ ਕਰ ਸਕੀ ਉਸਨੇ ਕੀਤਾ ਕਿ ਜਿਹੜੇ ਸਿੰਘ ਉਸ ਨੂੰ ਮਿਲ ਪਾਏ, ਜਿਨ੍ਹਾਂ ਦੀਆਂ ਲਾਸ਼ਾਂ, ਉਹਨਾਂ ਦਾ ਉਸਨੇ ਸੰਸਕਾਰ ਕੀਤਾ। ਕਹਿੰਦੇ ਨੇ 40 ਦਾ ਕੀਤਾ, 35 ਦਾ ਕੀਤਾ। ਇਸ ਤਰ੍ਹਾਂ ਨਹੀਂ ਹੋ ਸਕਦਾ ਜੀ। ਉੱਥੇ ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਉੱਥੇ ਕੋਈ ਨਹੀਂ ਸੀ ਪਛਾਣ ਆ ਰਹੀ ਸਿੱਖਾਂ ਦੇ ਕਿਹੜੇ ਨੇ ਤੇ ਦੂਜਿਆਂ ਮੁਗਲਾਂ ਦੇ ਕਿਹੜੇ ਨੇ। ਉੱਥੇ ਤੇ ਲਾਸ਼ਾਂ ਦੇ ਉੱਤੇ ਲਾਸ਼ਾਂ ਪਈਆਂ ਹੋਈਆਂ ਸਨ। ਫਿਰ ਵੀ ਉਸ ਸੂਰਬੀਰ ਬੀਬੀ ਸ਼ਰਨ ਕੌਰ ਨੇ ਜਿੰਨੇ ਕੁ ਸਰੀਰ ਉਹਨੂੰ ਲੱਭੇ, ਉਹਨੇ ਉਹਨਾਂ ਦਾ ਸੰਸਕਾਰ ਜਿਵੇਂ ਉਹ ਕਰ ਸਕੀ ਉਹਨੇ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਮੁਗਲ ਫੌਜਾਂ ਨੇ ਆ ਕੇ ਉਸ ਬੀਬੀ ਨੂੰ ਵੀ ਉਸ ਬਲਦੀ ਹੋਈ ਅੱਗ ਵਿੱਚ ਸੁੱਟ ਕੇ ਉਸ ਨੂੰ ਸ਼ਹੀਦ ਕੀਤਾ ਸੀ। ਸੋ ਚਮਕੌਰ ਦੀ ਗੜੀ ਸਾਡੀਆਂ ਬੀਬੀਆਂ ਨੂੰ ਇੱਕ ਸਿੱਖਿਆ ਦਿੰਦੀ ਏ ਕਿ ਗੁਰਸਿੱਖੀ ਵਾਸਤੇ ਜੇ ਆਪਣੀ ਜਾਨ ਵੀ ਕੁਰਬਾਨ ਕਰਨੀ ਪਵੇ ਤੇ ਕਰ ਦੇਣੀ ਚਾਹੀਦੀ ਹੈ। ਗੁਰਸਿੱਖੀ ਪਹਿਲੇ ਨੰਬਰ ਤੇ, ਆਪਣੀ ਜਾਨ ਦੂਜੇ ਨੰਬਰ ਤੇ ਆ। ਸੋ ਜੀ ਸਮਾਂ ਹੋ ਗਿਆ, ਮੈਂ ਅੱਜ ਦੀ ਇੱਥੇ ਹੀ ਵਿਚਾਰ ਸਮਾਪਤ ਕਰਦਾ। ਤੇ ਐਤਵਾਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਵਸ ਹੈ। ਉਸ ਦਿਨ ਮੈਂ ਸਰਹਿੰਦ ਦੀ ਥੋੜ੍ਹੀ ਜਿਹੀ ਵਿਚਾਰ ਕਰਕੇ ਤੇ ਫਿਰ ਆਪ ਜੀ ਦੇ ਨਾਲ ਉਹਨਾਂ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ ਕੁਝ ਗੱਲਬਾਤ ਜ਼ਰੂਰ ਕਰਾਂਗਾ। ਅੱਜ ਮੇਰਾ ਵਿਚਾਰ ਸੀ ਕਿ ਆਪਾਂ ਇਹ ਦੋਹਾਂ ਥਾਵਾਂ ਦੀ ਜਿਹੜੀ ਗੱਲਬਾਤ ਹੈ ਉਹਨੂੰ ਪੂਰਾ ਕਰਾਂਗੇ, ਪਰ ਚਲੋ ਆਪਾਂ ਕਿਹੜਾ ਕਿਤੇ ਜਾਣਾ ਹੈ। ਗੁਰੂ ਮਹਾਰਾਜ ਦੀ ਇਸੇ 'ਚ ਹੀ ਖੁਸ਼ੀ ਹੈ। ਮੇਰਾ ਤੇ ਮਨ ਹੈ ਜੀ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਹੀ ਰਹੀਏ, ਰਾਤ ਦਿਨ ਹੀ ਕਰਦੇ ਰਹੀਏ। ਵਾਹਿਗੁਰੂ ਤੂੰ ਸਾਡੇ ਤੇ ਮਿਹਰ ਕਰੀ, ਸਾਨੂੰ ਤੇਰੀਆਂ ਗੱਲਾਂ ਤੋਂ ਬਿਨਾਂ ਹੋਰ ਕੋਈ ਗੱਲ ਆਵੇ ਹੀ ਨਾ, ਬਸ ਤੇਰੀਆਂ ਹੀ ਕਹਾਣੀਆਂ ਕਰਦੇ ਰਹੀਏ। ਤੇਰੀਆਂ ਕਹਾਣੀਆਂ ਕਰਦੇ ਕਰਦੇ ਹੀ ਇਸ ਸੰਸਾਰ ਤੋਂ ਚਲੇ ਜਾਈਏ। ਮਿਹਰ ਕਰੀ। ਇਹਨਾਂ ਸ਼ਬਦਾਂ ਨਾਲ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।